ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਦੋ ਅਜਿਹੇ ਪੰਡਤਾਂ ਨਾਲ ਸੰਬੰਧਿਤ ਹੈ ਜੋ ਵੇਦਾਂ ਤੇ ਸ਼ਾਸਤਰਾਂ ਦੇ ਗਿਆਤਾ ਸਨ। 6 ਸ਼ਾਸਤਰਾਂ ਸਾਂਖ ਯੋਗ ਨਿਆਏ ਵਿਸ਼ੇਸ਼ਕ ਪੂਰਵ ਮੀਮਾਂਸਾ ਤੇ ਉੱਤਰ ਮੀਮਾਂਸਾ ਦੇ ਗਿਆਤਾ। 4 ਵੇਦਾਂ ਰਿਗਵੇਦ ਯਜੁਰਵੇਦ ਸਾਮਵੇਦ ਤੇ ਅਥਰਵੇਦ ਦੇ ਗਿਆਤਾ ਸਨ ਤੇ ਉਹਨਾਂ ਦਾ ਮੇਨ ਕੰਮ ਇਹ ਸੀ ਕਿ ਉਹ ਕਥਾ ਕਰਦੇ ਸਨ। ਇਹਨਾਂ ਸ਼ਾਸਤਰਾਂ ਦੀ ਜਦੋਂ ਕਥਾ ਕਰਦੇ ਤਾਂ ਲੋਕ ਜਿਹੜੇ ਵੀ ਉਹਨਾਂ ਦੀ ਕਥਾ ਸੁਣਦੇ ਤਾਂ ਨਿਹਾਲ ਹੋ ਜਾਂਦੇ, ਬੜੇ ਪ੍ਰਸੰਨ ਹੁੰਦੇ ਤੇ ਉਹਨਾਂ ਦੀ ਤਾਰੀਫ ਕਰਦੇ ਕਿ ਪੰਡਤ ਜੀ ਤੁਹਾਡੀ ਵਰਗੀ ਕਥਾ ਅੱਜ ਤੱਕ ਸੁਣੀ ਨਹੀਂ, ਤੁਸੀਂ ਬਹੁਤ ਹੀ ਸੋਹਣੀ ਕਥਾ ਕਰਦੇ ਹੋ। ਪਰ ਦੂਸਰੇ ਪਾਸੇ ਉਹ ਪੰਡਤਾਂ ਦਾ ਜਿਹੜਾ ਆਪਣਾ ਜੀਵਨ ਸੀ ਉਹ ਆਪਣੇ ਮਨ ਵਿੱਚ ਕੁਝ ਹੋਰ ਤਰੀਕੇ ਨਾਲ ਸੋਚਦੇ ਸਨ। ਜੋ ਲੋਕ ਉਹਨਾਂ ਨੂੰ ਕਹਿੰਦੇ ਸਨ ਉਹਨਾਂ ਦਾ ਇਸ ਗੱਲ 'ਤੇ ਯਕੀਨ ਨਹੀਂ ਸੀ ਹੁੰਦਾ। ਉਹਦਾ ਕਾਰਨ ਸੀ ਉਹਨਾਂ ਦੇ ਪਿੰਡ ਦੇ ਸਿੱਖ। ਪੰਡਤਾਂ ਦੇ ਮਨ ਵਿੱਚ ਇਹ ਵਿਚਾਰ ਚੱਲਦੀ ਰਹਿੰਦੀ ਕਿ ਲੋਕ ਸਾਡੀ ਇੰਨੀ ਤਾਰੀਫ ਕਰਦੇ ਹਨ, ਅਸੀਂ ਸ਼ਾਸਤਰਾਂ ਤੇ ਵੇਦਾਂ ਦੇ ਗਿਆਤਾ ਹਾਂ, ਪਰ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਹੈ। ਇਹ ਜਿਹੜੇ ਸਾਡੇ ਪਿੰਡ ਦੇ ਸਿੱਖ ਹਨ ਨਾ ਇਹਨਾਂ ਨੂੰ ਸ਼ਾਸਤਰ ਆਉਂਦੇ ਹਨ, ਨਾ ਇਹਨਾਂ ਨੂੰ ਵੇਦਾਂ ਦਾ ਗਿਆਨ ਹੈ, ਕੋਈ ਗਿਆਨ ਦੀ ਸਮਝ ਵੀ ਨਹੀਂ, ਪਰ ਇਹਨਾਂ ਦਾ ਮਨ ਬੜਾ ਸ਼ਾਂਤ ਹੈ। ਉਹ ਸਮਝਦੇ ਸਨ ਕਿ ਇਸ ਦਾ ਕਾਰਨ ਅਸਲ ਵਿੱਚ ਗੁਰੂ ਅਰਜਨ ਮਹਾਰਾਜ ਜੀ ਹਨ, ਜਿਹਦੀ ਸ਼ਰਨ ਵਿੱਚ ਜਾਂਦੇ ਹਨ। ਉਹਨਾਂ ਦੀ ਸ਼ਰਨ ਵਿੱਚ ਜਾਣ ਦੇ ਕਰਕੇ ਇਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਭਾਵ ਮਾੜਾ ਜਿੰਨਾ ਵੀ ਨਜ਼ਰ ਨਹੀਂ ਹੁੰਦਾ। ਇਹਨਾਂ ਗੱਲਾਂ ਨੂੰ ਦੋਨੋਂ ਪੰਡਤ ਜਿਹੜੇ ਸੋਚਦੇ ਵਿਚਾਰਦੇ ਤੇ ਇੱਕ ਦਿਨ ਉਹਨਾਂ ਨੇ ਫੈਸਲਾ ਕੀਤਾ ਕਿਉਂ ਨਾ ਆਪਾਂ ਦੋਨੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲ ਚਲੀਏ ਤੇ ਇਸ ਦਾ ਕਾਰਨ ਪੁੱਛੀਏ ਕਿ ਅਸੀਂ ਗਿਆਨੀ ਹਾਂ ਧਿਆਨੀ ਹਾਂ ਪਰ ਸਾਡਾ ਮਨ ਕਿਉਂ ਨਹੀਂ ਟਿਕਦਾ। ਤੁਹਾਡੇ ਗੁਰਸਿੱਖਾਂ ਕੋਲ ਕੁਛ ਵੀ ਨਹੀਂ, ਨਾ ਗਿਆਨ ਦੀਆਂ ਗੱਲਾਂ ਹਨ ਨਾ ਧਿਆਨ ਦੀਆਂ ਗੱਲਾਂ ਹਨ, ਪਰ ਇਹ ਆਰਾਮ ਨਾਲ ਬੜੇ ਸ਼ਾਂਤ ਤਰੀਕੇ ਨਾਲ ਜੀਵਨ ਬਤੀਤ ਕਰਦੇ ਹਨ। ਫਿਰ ਇੱਕ ਦਿਨ ਨਿਸ਼ਚਾ ਕਰਕੇ ਉਹ ਦੋਨੋਂ ਪੰਡਤ ਗੁਰੂ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਤੇ ਪਾਤਸ਼ਾਹ ਜੀ ਨੂੰ ਨਮਸਕਾਰ ਕੇ ਬੈਠ ਜਾਂਦੇ ਹਨ। ਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਪਾਤਸ਼ਾਹ ਜੀ ਨੂੰ ਬਚਨ ਕਰਦੇ ਹਨ ਕਿ ਪਾਤਸ਼ਾਹ ਜੀਓ ਇਹ ਕਿਰਪਾ ਦੇ ਘਰ ਸਾਡੀ ਗੱਲ ਸੁਣੋ, ਸਾਨੂੰ ਇਹ ਸਮਝ ਬਖਸ਼ੋ ਕਿ ਅਸੀਂ ਵੇਦਾਂ ਤੇ ਸ਼ਾਸਤਰਾਂ ਦੇ ਗਿਆਤਾ, ਸਾਡੀ ਕਥਾ ਦੀ ਲੋਕ ਤਾਰੀਫ ਕਰਦੇ ਹਨ ਤੇ ਇਹਨਾਂ ਗੱਲਾਂ ਦੇ ਬਾਵਜੂਦ ਸਾਡਾ ਮਨ ਸ਼ਾਂਤ ਨਹੀਂ। ਪਰ ਦੂਸਰੇ ਪਾਸੇ ਤੁਹਾਡੇ ਸਿੱਖ ਹਨ, ਉਹਨਾਂ ਦੇ ਮਨ ਬੜੇ ਸ਼ਾਂਤ ਹਨ, ਗੁਣਾਂ ਦੀ ਖਾਨ ਹਨ, ਉਹਨਾਂ 'ਚ ਇਹ ਗੁਣ ਹਨ। ਕਿਰਪਾ ਕਰਕੇ ਸਾਨੂੰ ਇਹ ਭੇਦ ਦੱਸੋ ਤਾਂ ਜੋ ਸਾਡੇ ਮਨ ਵਿੱਚ ਸ਼ਾਂਤੀ ਦੀ ਲਹਿਰ ਪੈਦਾ ਹੋ ਸਕੇ। ਇਹ ਗੱਲ ਸੁਣ ਕੇ ਪਾਤਸ਼ਾਹ ਜੀ ਨੇ ਕਿਹਾ ਕਿ ਅਸਲ ਵਿੱਚ ਸ਼ਾਂਤੀ ਦਾ ਜਾਂ ਗੁਣਾਂ ਦਾ ਜਾਂ ਅਵਗੁਣਾਂ ਦਾ ਕਾਰਨ ਜਿਹੜਾ ਹੈ, ਕੇਂਦਰ ਹੈ, ਉਹ ਮਨ ਹੈ। ਜਦੋਂ ਜੋ ਕੁਛ ਹੋਣਾ ਹੈ ਮਨ ਦੇ ਨਾਲ ਹੋਣਾ ਹੈ। ਜਦੋਂ ਤੁਸੀਂ ਵਿੱਦਿਆ ਪ੍ਰਾਪਤ ਕਰਨ ਦੇ ਲਈ ਗਏ ਤਾਂ ਤੁਹਾਡੇ ਮਨ ਵਿੱਚ ਉਦੋਂ ਹੀ ਤ੍ਰਿਸ਼ਨਾ ਪੈਦਾ ਹੋਊਗੀ। ਕਾਰਨ ਕਿ ਜਦੋਂ ਤੁਸੀਂ ਵਿੱਦਿਆ ਪ੍ਰਾਪਤ ਕਰ ਰਹੇ ਸੀ, ਸ਼ਾਸਤਰ ਵੇਦ ਪੜ੍ਹ ਰਹੇ ਸੀ, ਤਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਚੱਲਦਾ ਸੀ ਜਦੋਂ ਅਸੀਂ ਵੇਦਾਂ ਤੇ ਸ਼ਾਸਤਰਾਂ ਦੀ ਕਥਾ ਕਰਿਆ ਕਰਾਂਗੇ ਲੋਕ ਸਾਨੂੰ ਧਨ ਦੌਲਤ ਦਿਆ ਕਰਨਗੇ, ਉਸ ਧਨ ਦੌਲਤ ਦੇ ਨਾਲ ਅਸੀਂ ਮਾਲਾ ਮਾਰ ਹੋ ਜਾਵਾਂਗੇ। ਇੱਕ ਪਾਸੇ ਤੁਸੀਂ ਵੇਦਾਂ ਤੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰ ਰਹੇ ਸੀ, ਪਰ ਦੂਸਰੇ ਪਾਸੇ ਤ੍ਰਿਸ਼ਨਾ ਦਾ ਜਿਹੜਾ ਅਵਗੁਣ ਸੀ ਉਹ ਨਾਲ ਨਾਲ ਪੈਦਾ ਹੋ ਰਿਹਾ ਸੀ। ਤੇ ਜਦੋਂ ਤੁਸੀਂ ਕਥਾ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਹ ਪ੍ਰਚੰਡ ਰੂਪ ਧਾਰਨ ਕਰ ਗਿਆ। ਇਸ ਤ੍ਰਿਸ਼ਨਾ ਦੇ ਕਰਕੇ, ਇਹਨਾਂ ਅਵਗੁਣਾਂ ਦੇ ਕਰਕੇ ਤੁਹਾਡਾ ਮਨ ਜਿਹੜਾ ਹੈ ਬਿਲਕੁਲ ਵੀ ਨਹੀਂ ਟਿਕਦਾ ਹੈਗਾ। ਇਸ ਕਰਕੇ ਤੁਹਾਡਾ ਮਨ ਭਟਕਣਾ ਵਿੱਚ ਰਹਿੰਦਾ ਹੈ। ਤੁਸੀਂ ਲੋਕਾਂ ਨੂੰ ਰਿਝਾਉਣ ਵਾਸਤੇ, ਧਨ ਦੌਲਤ ਇਕੱਠੇ ਕਰਨ ਵਾਸਤੇ ਤਾਂ ਕਥਾ ਕੀਤੀ, ਪਰ ਆਪਣੇ ਮਨ ਨੂੰ ਸਮਝਾਉਣ ਵਾਸਤੇ ਕੋਈ ਵੀ ਗਿਆਨ ਨਹੀਂ ਪੜਿਆ ਹੈਗਾ। ਮਨ ਨੂੰ ਸਮਝਾਉਣ ਦੇ ਲਈ ਗੁਰੂ ਦਾ ਗਿਆਨ ਹੀ ਕਾਬਲ ਹੈ। ਜਦੋਂ ਤੁਸੀਂ ਹੁਣ ਤੱਕ ਜੋ ਹੋ ਗਿਆ ਉਹ ਠੀਕ ਹੈ, ਪਰ ਅੱਗੋਂ ਤੋਂ ਤੁਸੀਂ ਜੇਕਰ ਗੁਰੂ ਉਪਦੇਸ਼ ਦੇ ਅਨੁਸਾਰ ਚਲੋਗੇ ਤਾਂ ਤੁਸੀਂ ਜਿਹੜਾ ਹੈ ਮਨ ਨੂੰ ਸ਼ਾਂਤ ਕਰ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਚਤੁਰਾਈ ਦੇ ਨਾਲ ਲੋਕਾਂ ਨੂੰ ਉਪਦੇਸ਼ ਕਰਦੇ ਹੋ, ਉਹਨਾਂ ਨੂੰ ਕਥਾ ਦੇ ਨਾਲ ਰਿਝਾਉਂਦੇ ਹੋ, ਇਸੇ ਤਰ੍ਹਾਂ ਹੀ ਆਪਣੇ ਮਨ ਨੂੰ ਸਮਝਾਉਣ ਦੇ ਲਈ ਗੁਰੂ ਦੇ ਗਿਆਨ ਦੀ ਵਿਚਾਰ ਕਰਨੀ ਸ਼ੁਰੂ ਕਰ ਦਿਓ। ਜਦੋਂ ਤੁਸੀਂ ਗੁਰੂ ਦੇ ਗਿਆਨ ਦੀ ਸਮਝ ਨੂੰ ਵਿਚਾਰੋਗੇ, ਇਸ ਉਦਮ ਵਿੱਚ ਲੱਗੋਗੇ ਤਾਂ ਤੁਹਾਡਾ ਜਿਹੜਾ ਹੈ ਸਤਿਨਾਮ ਦੇ ਨਾਲ ਪਿਆਰ ਪੈਦਾ ਹੋਏਗਾ। ਤੇ ਜਦੋਂ ਤੁਸੀਂ ਸਤਿਨਾਮ ਦੇ ਪਿਆਰ ਵਿੱਚ ਰੀਝ ਜਾਓਗੇ ਤਾਂ ਤੁਹਾਡੇ ਮਨ ਵਿੱਚ ਸ਼ਾਂਤੀ ਆਉਣ ਲੱਗ ਜਾਏਗੀ। ਤੁਸੀਂ ਕੀ ਕਰਨਾ ਹੈ, ਹਰ ਮਹੀਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਤੇ ਇਸ ਤੋਂ ਇਲਾਵਾ ਜੋ ਤੁਹਾਡੇ ਨਾਲ ਬੀਤਦੀ ਹੈ, ਜੋ
ਤੁਹਾਡੇ ਮਨ ਦੀ ਹਾਲਤ ਪੈਦਾ ਹੁੰਦੀ ਹੈ ਜਾਂ ਮਨ ਜਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਉਹਨੂੰ ਆਣ ਕੇ ਗੁਰੂ ਸੰਗਤ ਵਿੱਚ ਤੁਸੀਂ ਬਿਆਨ ਕਰ ਦੇਣਾ ਹੈ ਤੇ ਆਪਣੇ ਮਨ ਨੂੰ ਸਮਝਾਉਣ ਲਈ ਇਸ ਨੂੰ ਵਾਰ-ਵਾਰ ਇਹ ਗੱਲ ਚੇਤੇ ਕਰਾਉਣੀ ਹੈ ਕਿ ਭਾਈ ਪਰਲੋਕ ਵਿੱਚ ਜਿਹੜੇ ਦੁੱਖ ਸੁੱਖ ਮਿਲਦੇ ਹਨ ਇੱਥੇ ਕੀਤੇ ਹੋਏ ਕਰਮਾਂ ਦੇ ਮਿਲਦੇ ਹਨ। ਇਸ ਤਰ੍ਹਾਂ ਮਨ ਤੁਹਾਡਾ ਸੁਚੇਤ ਹੋਣ ਲੱਗ ਜਾਏਗਾ ਤੇ ਜਦੋਂ ਮਨ ਸੁਚੇਤ ਹੋਣ ਲੱਗ ਗਿਆ ਫਿਰ ਆਪਣੇ ਆਪ ਇਹਦੇ 'ਚ ਠਹਿਰਾ ਆ ਜਾਏਗਾ। ਇੱਕ ਗੱਲ ਹੋਰ ਇਸ ਮਨ ਨੂੰ ਸਮਝਾਉਣੀ ਹੈ ਕਿ ਜਿਹੜਾ ਹਿਰਦੇ ਵਿੱਚ ਮਨ ਵਿੱਚ ਰੱਬ ਵਸਦਾ ਹੈ ਉਹ ਰੱਬ ਹੀ ਹਰ ਜਗ੍ਹਾ ਤੇ ਵਸਦਾ। ਉਹ ਸਾਡੇ ਕੀਤੇ ਹੋਏ ਕਰਮਾਂ ਨੂੰ ਹਰ ਸਮੇਂ ਨੋਟ ਕਰ ਰਿਹਾ ਹੈ, ਦੇਖ ਰਿਹਾ ਹੈ। ਜਦੋਂ ਇਸ ਤਰ੍ਹਾਂ ਤੁਸੀਂ ਹਰ ਸਮੇਂ ਵਿਚਾਰੋਗੇ, ਮਨ ਨੂੰ ਸਮਝਾਵੋਗੇ ਤਾਂ ਫਿਰ ਤੁਹਾਡਾ ਮਨ 'ਚ ਸੁਧਾਰ ਹੋ ਜਾਏਗਾ। ਉਹਨਾਂ ਦੋਨਾਂ ਸਿੱਖਾਂ ਨੇ, ਪੰਡਤਾਂ ਨੇ ਜੋ ਗੁਰੂ ਦੇ ਸਿੱਖ ਬਣ ਚੁੱਕੇ ਸਨ, ਹੌਲੀ ਹੌਲੀ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਦੇ ਗਿਆਨ ਦੀ ਸਮਝ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਤੇ ਜਿਸ ਕਰਕੇ ਮਨ ਦੀ ਤ੍ਰਿਸ਼ਨਾ ਵਾਲਾ ਜਿਹੜਾ ਰੋਗ ਸੀ ਉਹ ਖਤਮ ਹੋਣ ਲੱਗ ਗਿਆ। ਉਹ ਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਉਣ ਲੱਗ ਗਏ ਤੇ ਸਤਿਨਾਮ ਉਹਨਾਂ ਦੀ ਪ੍ਰਤੀਤ ਪੈ ਗਈ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੋਨਾਂ ਪੰਡਤ ਜੋ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਸਨ ਤੇ ਉਹਨਾਂ ਦਾ ਕਲਿਆਣ ਹੋ ਗਿਆ। ਉਹਨਾਂ ਦਾ ਮਨ ਵੀ ਬਾਕੀ ਸਿੱਖਾਂ ਵਾਂਗੂ ਜਿਹੜਾ ਸੀ ਟਿਕਾ ਵਿੱਚ ਆ ਗਿਆ ਤੇ ਇਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਉਹ ਪੰਡਤ ਜੋ ਵੇਦਾਂ ਤੇ ਸ਼ਾਸਤਰਾਂ ਦੇ ਗਿਆਤਾ ਸਨ ਪਰ ਮਨ ਦੇ ਹੱਥੋਂ ਹਾਰ ਚੁੱਕੇ ਸਨ, ਜਦੋਂ ਗੁਰੂ ਦੇ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਦਾ ਜਿਹੜਾ ਗੁਰੂ ਦੇ ਗਿਆਨ ਕਰਕੇ ਮਨ ਵਿੱਚ ਪ੍ਰਕਾਸ਼ ਹੋ ਗਿਆ, ਮਨ ਵਸ ਵਿੱਚ ਆ ਗਿਆ ਤੇ ਗੁਰੂ ਸਾਹਿਬ ਜੀ ਦੇ ਨਾਮ ਦੇ ਵਿੱਚ, ਪ੍ਰਮਾਤਮਾ ਦੇ ਨਾਮ ਵਿੱਚ ਉਹ ਰੀਝਣ ਲੱਗ ਗਏ। ਇੰਨੀਆਂ ਕੁ ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦੇਣੀ। ਆਓ ਫਤਿਹ ਨਾਲ ਸਾਂਝ ਪਈ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।